So mitotic division starts as a zygote moves through the isthmus of the oviduct called cleavage towards the uterus. ठीक है, mitotic division उਦੋਂ ही start हो जाती ਆ ਜਦੋਂ ਫਰਟੀਲਾਈਜੇਸ਼ਨ ਤੋਂ ਬਾਅਦ ਜਿਹੜਾ ਜ਼ਾਈਗੋਟ ਆ ਹੋ ਕੇ ਇਸਤਪਸ ਦੇ ਥਰੂ ਮੂਵ ਕਰਨਾ ਸ਼ੁਰੂ ਕਰਦਾ ਯੂਟਰਸ ਕੇ ਨਹੀਂ ਹੈ ਨਾ, ਉਦੋਂ ਹੀ ਮਾਈਟੋਟਿਕ ਡਿਵੀਜ਼ਨ ਸਟਾਰਟ ਹੋ ਜਾਂਦੀ ਆ ਅਤੇ ਮਾਈਟੋਟਿਕ ਡਿਵੀਜ਼ਨ ਆਪਾਂ ਕਹਿੰਦੇ ਕਲੀਵੇਜ ਕਹਿੰਦੇ ਆ। ਠੀਕ ਆ, and forms 2, 4, 8, 16 daughter cells called blastomeres. The cleavage ਦੇ ਨਾਲ 2-celled 4, 8, 16 daughter cells ਬਣਦੇ ਜਿਹਨਾਂ ਨੂੰ ਕਿ blastomeres ਕਹਿੰਦੇ ਆ। ਸੋ ਹਾਂ ਯੂਟਰਸ ਆ ਰਾਈਟ, ਤਾਂ ਇੱਥੇ ਆਪਣੀ ਇਸ ਜਗ੍ਹਾ ਦੇ ਉੱਪਰ ਫਰਟੀਲਾਈਜੇਸ਼ਨ ਹੋਈ ਆ। ਫਿਰ ਉਹਦੇ ਬਾਅਦ ਜਦੋਂ ਜ਼ਾਈਗੋਟ ਇੱਥੋਂ ਮੂਵ ਕਰ ਰਿਹਾ ਜਾ ਰਿਹਾ ਨਾ, ਤਾਂ ਉਦੋਂ ਉਹਦੀ ਡਿਵੀਜ਼ਨ ਉਦੋਂ ਹੀ ਹੋਣ ਲੱਗ ਰਹੀ ਹੁੰਦੀ ਆ ਸਾਈਮਲਟੇਨੀਅਸਲੀ ਉਹਦੀ ਮੂਵਮੈਂਟ 'ਤੇ। ਠੀਕ ਹੈ, ਅਤੇ ਇੱਥੇ ਜਿਹੜੀ ਯੂਟਰਸ ਲਾਈਨਿੰਗ ਆ ਉਹ ਫੁੱਲੀ ਪ੍ਰੀਪੇਅਰਡ ਆ ਫॉर ਦ ਇੰਪਲਾਂਟੇਸ਼ਨ। ਠੀਕ ਆ, ਫਿਰ ਜਦੋਂ 16 to 32 ਸੈੱਲ ਸਟੇਜ ਆ ਜਾਂਦੀ ਆ ਤਾਂ ਉਦੋਂ ਇੱਥੇ ਜਿਹੜਾ ਜ਼ਾਈਗੋਟ ਆ, ਠੀਕ ਹੈ, ਜ਼ਾਈਗੋਟ ਨਹੀਂ ਕਹਿ ਸਕਦੇ ਇੱਥੇ 8 to 16 ਸੈੱਲ ਸਟੇਜ ਨੂੰ ਆਪਾਂ ਕਹਿੰਦੇ ਹਾਂ ਬਲਾਸਟੋਸਿਸਟ। ਠੀਕ ਹੈ, ਬਲਾਸਟੋਸਿਸਟ ਉਹ ਸਟਰਕਚਰ ਆ ਜਿਹਦੇ ਵਿੱਚ 8 to 16 ਡਾਟਰ ਸੈਲਸ 8 to 16 ਬਲਾਸਟੋਮੀਅਰਸ ਪ੍ਰੈਜ਼ੈਂਟ ਹੁੰਦੇ ਆ। ਠੀਕ ਹੈ, ਅਤੇ ਬਲਾਸਟੋਸਿਸਟ ਦੀ ਇੰਪਲਾਂਟੇਸ਼ਨ ਹੁੰਦੀ ਹੈ ਯੂਟੇਰਾਈਨ ਲਾਈਨਿੰਗ ਦੇ ਵਿੱਚ, ਓਕੇ, ਐਂਡੋਮੀਟਰੀਅਮ ਦੇ ਵਿੱਚ। ਸੋ ਜਿਵੇਂ ਜਿਵੇਂ ਉਹਦੀ ਮੂਵਮੈਂਟ ਹੋ ਰਹੀ ਹੁੰਦੀ ਹੈ ਨਾਲ ਨਾਲ ਉਹਦੀ ਕਲੀਵੇਜ ਹੋ ਰਹੀ ਹੁੰਦੀ ਆ, ਜਿਹਦੇ ਨਾਲ 2, 4, 8, 16 ਡਾਟਰ ਸੈਲਸ ਬਣ ਜਾਂਦੇ ਆ ਅਤੇ ਉਹਨਾਂ ਡਾਟਰ ਸੈਲਸ ਨੂੰ ਆਪਾਂ ਕੀ ਕਹਿੰਦੇ ਹਾਂ ਕਿ ਬਲਾਸਟੋਮੀਅਰਸ ਕਹਿੰਦੇ ਹਾਂ। ਦ ਐਮਬ੍ਰਿਓ ਵਿਦ 8 to 16 blastomeres is called morula. ਜਿਹੜੇ ਆਪਣੇ ਕੋਲ 8 to 16 blastomeres ਹੁੰਦੇ ਆ ਉਹਨੂੰ ਆਪਾਂ ਮੋਰਿਊਲਾ ਕਹਿੰਦੇ ਆ। The morula continues to divide and transforms into blastocyst. ਠੀਕ ਆ, ਜਿਹੜਾ ਮੋਰਿਊਲਾ ਹੈਗਾ ਉਹ ਕੀ ਆਪਣੀ ਡਿਵੀਜ਼ਨ ਕੰਟੀਨਿਊ ਰੱਖਦਾ ਹੈਗਾ ਅਤੇ ਬਲਾਸਟੋਸਿਸਟ ਦੇ ਵਿੱਚ ਟ੍ਰਾਂਸਫਾਰਮ ਹੋ ਜਾਂਦਾ। ਬਲਾਸਟੋਸਿਸਟ ਕੀ ਹੁੰਦੀ ਆ 16 to 32 ਬਲਾਸਟੋਮੀਅਰਸ ਦੇ ਬਲਾਸਟੋਸਿਸਟ ਦੇ ਕੋਲ। ਐਜ਼ ਇਟ ਮੂਵਸ ਫਰਦਰ ਇਨਟੂ ਦ ਯੂਟਰਸ, ਠੀਕ ਹੈ, ਜਿਵੇਂ ਜਿਵੇਂ ਜਿਹੜਾ ਮੋਰਿਊਲਾ ਯੂਟਰਸ ਦੇ ਵਿੱਚ ਮੂਵ ਕਰਦਾ ਤਾਂ ਡਿਵੀਜ਼ਨ ਆਪਣੀ ਜਾਰੀ ਰੱਖਦਾ ਅਤੇ ਬਲਾਸਟੋਸਿਸਟ ਦੇ ਵਿੱਚ ਕਨਵਰਟ ਹੋ ਜਾਂਦਾ। ਦ ਬਲਾਸਟੋਮੀਅਰਸ ਇਨ ਦ ਬਲਾਸਟੋਸਿਸਟ ਆਰ ਅਰੇਂਜਡ ਇਨਟੂ ਐਨ ਆਊਟਰ ਲੇਅਰ ਕੋਲਡ ਟ੍ਰੋਫੋਬਲਾਸਟ ਐਂਡ ਐਨ ਇਨਰ ਗਰੁੱਪ ਆਫ ਸੈਲਸ ਅਟੈਚਡ ਟੂ ਦ ਟ੍ਰੋਫੋਬਲਾਸਟ ਕਾਲਡ ਦ ਇਨਰ ਸੈਲ ਮਾਸ। ਠੀਕ ਹੈ, ਜਿਹੜੇ ਸੈਲਸ ਹੁੰਦੇ ਆ ਜਿਹੜੇ ਬਲਾਸਟੋਮੀਅਰਸ ਹੁੰਦੇ ਹੈਗੇ ਬਲਾਸਟੋਸਿਸਟ ਦੇ, ਉਹ ਕੀ ਆਪਣੇ ਆਪ ਨੂੰ ਅਰੇਂਜ ਕਰ ਲੈਂਦੇ ਨੇ ਇੱਕ ਆਊਟਰ ਲੇਅਰ ਦੇ ਵਿੱਚ, ਆਊਟਰ ਲੇਅਰ ਨੂੰ ਟ੍ਰੋਫੋਬਲਾਸਟ ਕਹਿੰਦੇ ਆ, ਅਤੇ ਇੱਕ ਇਨਰ ਗਰੁੱਪ ਆਫ ਸੈਲ ਮਾਸ ਦੇ ਵਿੱਚ। ਠੀਕ ਹੈ, ਅਤੇ ਉਹ ਇਨਰ ਗਰੁੱਪ ਜਿਹੜਾ ਹੈ ਟ੍ਰੋਫੋਬਲਾਸਟ ਨਾਲ ਅਟੈਚਡ ਹੁੰਦਾ ਅਤੇ ਉਹਨੂੰ ਆਪਾਂ ਇਨਰ ਸੈਲ ਮਾਸ ਕਹਿੰਦੇ ਆ। ਸੋ ਦਿਸ ਇਜ਼ ਦ ਟ੍ਰੋਫੋਬਲਾਸਟ। ਠੀਕ ਹੈ, ਆਹ ਕੀ ਆਪਣਾ ਬਲਾਸਟੋਸਿਸਟ ਆ, ਬਾਹਰ ਜਿਹੜੇ ਸੈਲਸ ਜਿਹੜੇ ਆ ਕੀ ਹੈ ਅਰੇਂਜ ਜਿਹੜੇ ਉਹਨਾਂ ਨੂੰ ਆਪਾਂ ਟ੍ਰੋਫੋਬਲਾਸਟ ਕਹਿੰਦੇ ਹਾਂ, ਅਤੇ ਟ੍ਰੋਫੋਬਲਾਸਟ ਦੇ ਨਾਲ ਇੱਕ ਜਗ੍ਹਾ ਦੇ ਉੱਪਰ ਜਿਹੜੇ ਆ ਇਨਰ ਸੈਲ ਵਾਸ ਜਿਹੜਾ ਅਟੈਚਡ ਹੁੰਦਾ। ਠੀਕ ਹੈ, the trophoblast layer then gets attached to the endometrium and the inner cell mass gets differentiated as the embryo. ਫਿਰ ਜਿਹੜੀ ਟ੍ਰੋਫੋਬਲਾਸਟ ਲੇਅਰ ਹੈ ਉਹ ਕੀ ਹੈ ਐਂਡੋਮੀਟਰੀਅਮ ਦੇ ਨਾਲ ਅਟੈਚ ਹੋ ਜਾਂਦੀ ਆ, ਅਤੇ ਜਿਹੜਾ ਇਨਰ ਸੈਲ ਮਾਸ ਆ ਉਹ ਕੀ ਆ ਐਮਬ੍ਰਿਓ ਦੇ ਵਿੱਚ ਡਿਫਰੈਂਸ਼ੀਏਟ ਹੋ ਜਾਂਦਾ। ਆਫਟਰ ਅਟੈਚਮੈਂਟ ਤੋਂ ਬਾਅਦ ਦ ਯੂਟੇਰਾਈਨ ਸੈਲਸ ਡਿਵਾਈਡ ਰੈਪਿਡਲੀ ਐਂਡ ਕਵਰ ਦ ਬਲਾਸਟੋਸਿਸਟ। ਜਦੋਂ ਅਟੈਚ ਹੋ ਜਾਂਦਾ ਇੱਕ ਵਾਰੀ ਜਿਹੜਾ ਬਲਾਸਟੋਸਿਸਟ ਆ ਯੂਟਰਸ ਦੇ ਨਾਲ ਅਟੈਚ ਹੋ ਜਾਂਦਾ, ਉਦੋਂ ਬਾਅਦ ਜਿਹੜਾ ਯੂਟਰਸ ਦੇ ਸੈੱਲ ਨੇ ਉਹ ਰੈਪਿਡਲੀ ਡਿਵਾਈਡ ਕਰਦੇ ਆ, ਤਾਂ ਕਰਕੇ ਵੀ ਉਹ ਚਾਰੇ ਪਾਸੋਂ ਜਿਹੜਾ ਬਲਾਸਟੋਸਿਸਟ ਨੂੰ ਕਵਰ ਕਰ ਲੈਣ ਅਤੇ ਉਹ ਅੱਗੇ ਮਤਲਬ ਇੰਪਲਾਂਟੇਸ਼ਨ ਕਰਨ ਦੇ ਲਈ ਬੇਸਿਕਲੀ। ਠੀਕ ਆ, as a result the blastocyst becomes embedded in the endometrium of the uterus. ਠੀਕ ਹੈ, ਇਹ ਰੈਪਿਡ ਡਿਵੀਜ਼ਨ ਕਰਕੇ, ਠੀਕ ਹੈ, ਇਹ ਸਰਾਊਂਡ ਕਰਨ ਦੇ ਕਰਕੇ, ਠੀਕ ਹੈ, ਐਂਡੋਮੀਟਰੀਅਮ ਦੇ ਵਿੱਚ ਜਿਹੜਾ ਬਲਾਸਟੋਸਿਸਟ ਹੈ ਉਹ ਐਮਬੈਡ ਹੋ ਜਾਂਦਾ ਹੈਗਾ, ਅਤੇ ਇਸ ਨੂੰ ਆਪਾਂ ਕੀ ਕਹਿੰਦੇ ਆ ਇੰਪਲਾਂਟੇਸ਼ਨ ਕਹਿੰਦੇ ਆ, ਅਤੇ ਇਹਦੇ ਨਾਲ ਹੀ ਪ੍ਰੈਗਨੈਂਸੀ ਹੁੰਦੀ ਆ। ਨੈਕਸਟ ਇਜ਼ ਪ੍ਰੈਗਨੈਂਸੀ ਐਂਡ embryonic development. After implantation, finger-like projections appear on the trophoblast called chorionic villi, which are surrounded by the uterine tissue and maternal blood. Implantation ਤੋਂ ਬਾਅਦ ਟ੍ਰੋਫੋਬਲਾਸਟ ਜਿਹੜਾ ਫਿੰਗਰ-ਲਾਈਕ ਪ੍ਰੋਜੈਕਸ਼ਨਸ ਬਾਹਰ ਆਉਂਦੀਆਂ ਜਿਹਨਾਂ ਨੂੰ ਕਿ ਆਪਾਂ ਕੋਰੀਓਨਿਕ ਵਿਲਾਈ ਕਹਿੰਦੇ ਆ। ਠੀਕ ਆ, ਅਤੇ ਉਹਨਾਂ ਨੂੰ ਪ੍ਰੋਜੈਕਸ਼ਨਸ ਨੂੰ ਕੌਣ ਸਰਾਊਂਡ ਕਰਦਾ, ਯੂਟੇਰਾਈਨ ਟਿਸ਼ੂ ਸਰਾਊਂਡ ਕਰਦਾ ਅਤੇ ਮੈਟਰਨਲ ਬਲੱਡ ਸਰਾਊਂਡ ਕਰਦਾ। ਫੋਰ ਐਗਜ਼ਾਮਪਲ ਇਹ ਕੀ ਸੀ ਆਪਣਾ ਬਲਾਸਟੋਸਿਸਟ ਸੀ, ਉਹਦੀ ਇੰਪਲਾਂਟੇਸ਼ਨ ਹੋ ਗਈ, ਮੈਂ ਯੂਟਰਸ ਨਹੀਂ ਬਣਾ ਰਹੀ, ਆਮ ਨੋਟ ਡਰਾਇੰਗ ਯੂਟਰਸ ਹੀਅਰ। ਠੀਕ ਆ, ਬਲਾਸਟੋਸਿਸਟ ਹੀ ਬਣਾਈ ਆ ਬਸ, ਇਹਦੇ ਵਿੱਚ ਤੁਹਾਨੂੰ ਫਿੰਗਰ ਲਾਈਕ ਪ੍ਰੋਜੈਕਸ਼ਨ ਹੋਣੇ ਇੱਦਾਂ ਨਾ ਫਿੰਗਰ ਲਾਈਕ ਪ੍ਰੋਜੈਕਸ਼ਨ ਇਹਨਾਂ ਦੇ ਸੈਲਸ 'ਚੋਂ ਇਮਰਜ ਹੋ ਜਾਂਦੇ ਆ, ਇੱਦਾਂ ਬਾਹਰ ਨੂੰ ਫਿੰਗਰ ਲਾਈਕ ਪ੍ਰੋਜੈਕਸ਼ਨ ਆਉਂਦੇ ਆ। ਠੀਕ ਆ,
ਤੇ ਆਪਦੇ ਆਪ ਨੂੰ ਇੰਟਰਡਿਜੀਟੇਟ ਕਰ ਲੈਂਦੇ ਆ ਯੂਟਰਸ ਦੇ ਟਿਸ਼ੂ ਦੇ ਨਾਲ, ਠੀਕ ਹੈ। ਮਤਲਬ ਆਹ ਕੋਰੀਓਨਿਕ ਵਿਲਾਈ ਆ ਫਿੰਗਰ ਲਾਈਕ ਪ੍ਰੋਜੈਕਸ਼ਨਸ ਦੀ, ਤੇ ਇਹਦੇ ਨਾਲ ਯੂਟਰਸ ਦਾ ਟਿਸ਼ੂ ਆਪਦੇ ਆਪ ਨੂੰ ਇੱਦਾਂ ਵਿੱਚ ਇਹਦੇ ਵੱਜ ਜਾਂਦਾ, ਠੀਕ ਹੈ। ਤੇ ਨਾਲ ਇਹ ਖੁੱਲੂਗਾ ਨਹੀਂ, ਇੱਕ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਇੰਟਰਲੋਕ ਹੋ ਗਿਆ ਇਹ, ਠੀਕ ਹੈ। The chorionic villi and the uterine tissue become interdigitated with each other, ठीक है। chorionic villi ਤੇ uterine tissue ਆਪਦੇ ਆਪ ਇੱਕ ਦੂਸਰੇ ਨਾਲ interdigitate ਹੋ ਗਏ ਤੇ jointly ਇਹ ਇੱਕ ਸਟਰਕਚਰਲ ਤੇ ਫੰਕਸ਼ਨਲ ਯੂਨਿਟ ਬਣਾਉਂਦੇ ਨੇ ਐਮਬ੍ਰਿਓ, ਡਿਵੈਲਪਿੰਗ ਐਮਬ੍ਰਿਓ ਤੇ ਮੈਟਰਨਲ ਬੋਡੀ ਦੇ ਵਿੱਚ, ਜਿਹਨੂੰ ਕਿ ਆਪਾਂ ਪਲਾਸੈਂਟਾ ਕਹਿ ਰਹੇ ਹਾਂ। ਤਾਂ ਪਲਾਸੈਂਟਾ ਨੂੰ ਕੌਣ ਬਣਾਉਂਦਾ? ਯੂਟਰਾਈਨ ਟਿਸ਼ੂ ਤੇ chorionic villi ਦੋਨੇ ਮਿਲ ਕੇ ਪਲਾਸੈਂਟਾ ਨੂੰ ਬਣਾਉਂਦੇ ਨੇ। ਤੇ ਪਲਾਸੈਂਟਾ ਕੀ ਆ? ਸਟਰਕਚਰਲ ਐਂਡ functional tissue, functional unit between the embryo, developing embryo and the maternal body. The placenta facilitate, ਹੁਣ placenta ਦੇ ਕੰਮ ਕੀ ਆ, ਠੀਕ ਆ। placenta ਦਾ ਬਾਇਡਾਇਰੈਕਸ਼ਨਲ ਮੂਵਮੈਂਟ ਨੂੰ ਫੈਸਿਲਿਟੇਟ ਕਰਦਾ, ਬਾਇਡਾਇਰੈਕਸ਼ਨਲ ਮੂਵਮੈਂਟ ਕਰਦਾ। ਮਦਰ ਤੋਂ ਬੱਚੇ ਨੂੰ ਆਕਸੀਜਨ ਪਹੁੰਚਾਊਗਾ, ਨਿਊਟ੍ਰੀਐਂਟਸ ਪਹੁੰਚਾਊਗਾ, ਵਾਟਰ ਪਹੁੰਚਾਊਗਾ, ਠੀਕ ਆ। ਐਂਡ ਬੱਚੇ ਤੋਂ ਮਦਰ ਕਣੀ ਉਹਦਾ ਵੇਸਟ ਲੈ ਕੇ ਜਾਊਗਾ, ਕਾਰਬਨ ਡਾਈਆਕਸਾਈਡ ਲੈ ਕੇ ਜਾਊਗਾ। The placenta facilitates the supply of oxygen and nutrients to the embryo and also remove the carbon dioxide and excretory waste material produced by the embryo, ठीक है। ਜਿਹੜਾ ਪਲਾਸੈਂਟਾ ਹੈਗਾ ਉਹ ਕੀ ਹੈ? ਮਦਰ ਤੋਂ ਬੱਚੇ ਨੂੰ ਦੇਊਗਾ, ਆਕਸੀਜਨ ਦੇਊਗਾ ਐਂਡ ਨਿਊਟ੍ਰੀਐਂਟਸ ਦੇਊਗਾ ਐਮਬ੍ਰਿਓ ਨੂੰ, ਤੇ ਐਮਬ੍ਰਿਓ ਤੋਂ ਕਾਰਬਨ ਡਾਈਆਕਸਾਈਡ ਤੇ ਐਕਸਕ੍ਰੀਟਰੀ ਵੇਸਟ ਲਊਗਾ। The placenta is connected to the embryo through an umbilical cord, which helps in the transport of substances to and from the embryo. ਜਿਹੜਾ ਪਲਾਸੈਂਟਾ ਹੈਗਾ ਉਹ ਬੱਚੇ ਦੇ ਨਾਲ, ਫੀਟਸ ਦੇ ਨਾਲ ਕਿਹਦੇ ਕਿਸ ਸਟਰਕਚਰ ਦੀ ਹੈਲਪ ਨਾਲ ਅਟੈਚ ਹੁੰਦਾ? ਸਾਰਾ ਪਲਾਸੈਂਟਾ ਫੀਟਸ ਦੇ ਨਾਲ ਨਹੀਂ ਅਟੈਚ ਹੁੰਦਾ। ਪਲਾਸੈਂਟਾ ਦੇ ਅੰਦਰ ਇੱਕ ਕੈਵਿਟੀ ਹੁੰਦੀ ਹੈ ਜਿਹਨੂੰ ਕਿ ਆਪਾਂ ਐਮਨਿਓਟਿਕ ਕੈਵਿਟੀ ਕਹਿੰਦੇ ਹਾਂ, ਤੇ ਜਿਹਦੇ ਅੰਦਰ ਐਮਨਿਓਟਿਕ ਫਲੂਇਡ ਫਿਲਡ ਹੁੰਦਾ ਹੈਗਾ, ਤੇ ਐਮਨਿਓਟਿਕ ਕੈਵਿਟੀ ਦੇ ਅੰਦਰ ਬੱਚਾ ਪ੍ਰੈਜ਼ੈਂਟ ਹੁੰਦਾ, ਠੀਕ ਆ। ਪਲਾਸੈਂਟਾ ਸਿਰਫ ਇੱਕ ਜਗ੍ਹਾ ਦੇ ਨਾਲ ਹੀ ਅਟੈਚ ਦਾ ਫੀਟਸ ਨਾਲ, ਦੈਟ ਇਜ਼ ਕਾਲਡ ਅੰਬਿਲੀਕਲ ਕੋਡ, ਠੀਕ ਆ। ਤੇ ਅੰਬਿਲੀਕਲ ਕੋਡ ਹੀ ਟਰਾਂਸਪੋਰਟ ਦੇ ਵਿੱਚ ਹੈਲਪ ਕਰਦੀ ਆ, ਠੀਕ ਹੈ। ਬੱਚੇ ਤੋਂ ਮਦਰ ਤੱਕ, ਮਦਰ ਤੋਂ ਬੱਚੇ ਤੱਕ ਟਰਾਂਸਪੋਰਟੇਸ਼ਨ ਦੇ ਵਿੱਚ ਸਿਰਫ ਤੇ ਸਿਰਫ ਅੰਬਿਲੀਕਲ ਕੋਡ ਪ੍ਰੈਜ਼ੈਂਟ ਕਰਦੀ ਹੈ, ਵਿੱਚ ਹਾਲੇ ਐਮਨਿਓਟਿਕ ਕੈਵਿਟੀ ਹੁੰਦੀ ਆ ਜਿਹਦੇ ਵਿੱਚ ਐਮਨਿਓਟਿਕ ਫਲੂਇਡ ਫਿਲਡ ਹੁੰਦਾ ਹੈਗਾ। ਹੈਡ ਇਹ ਸਾਰਾ ਆਪਣੇ ਕੋਲ ਕੀ ਹੁੰਦਾ? ਪਲਾਸੈਂਟਾ ਹੁੰਦਾ। ਨੀਚੇ ਕੀ ਹੁੰਦਾ? ਮਿਊਕਸ ਦਾ ਪਲੱਗ ਹੁੰਦਾ ਹੈਗਾ ਜਿਹੜਾ ਕਿ ਥੱਲੇ ਕੋਈ ਵੀ ਚੀਜ਼ ਨੂੰ ਨਹੀਂ ਨਿਕਲ ਦਿੰਦਾ ਹੈਗਾ, ਓਕੇ। ਜਦੋਂ ਡਿਲੀਵਰੀ ਹੋਣੀ ਹੁੰਦੀ ਹੈ ਤਾਂ ਪਹਿਲਾਂ ਜਿਹੜਾ ਪਲੱਗ ਆ, ਵਾਟਰ ਬ੍ਰੋਕ ਕਹਿੰਦੇ ਆਪਾਂ ਉਹਨੂੰ, ਠੀਕ ਹੈ, ਪਲੱਗ ਆ ਉਹ ਟੁੱਟਦਾ ਹੁੰਦਾ, ਠੀਕ ਆ। ਐਂਡ ਬਸ ਇਹ ਯੋਕ ਸੈਕ ਐਂਡ ਆਲ ਇਹਦੀ ਲੋੜ ਨਹੀਂ ਹੈਗੀ ਇੰਨੀ ਹੁਣ, ਠੀਕ ਆ। ਜਿਹੜਾ ਪਲਾਸੈਂਟਾ ਹੈ ਉਹ ਐਂਡੋਕਰਾਈਨ ਟਿਸ਼ੂ ਦੀ ਤਰ੍ਹਾਂ ਵੀ ਕੰਮ ਕਰਦਾ ਹੈ। ਪਲਾਸੈਂਟਾ ਨੂੰ ਆਪਾਂ ਟੈਂਪਰੇਰੀ ਐਂਡੋਕਰਾਈਨ ਟਿਸ਼ੂ ਕਹਿ ਸਕਦੇ ਹਾਂ। ਟੈਂਪਰੇਰੀ ਕਿਉਂਕਿ ਥਰੂ ਆਊਟ ਦਾ ਲਾਈਫ ਆਫ ਦਾ ਵਿਊਮਨ ਤਾਂ ਉਹਦੀ ਬੋਡੀ ਦੇ ਵਿੱਚ ਨਹੀਂ ਹੁੰਦਾ, ਸਿਰਫ ਤੇ ਸਿਰਫ ਪ੍ਰੈਗਨੈਂਸੀ ਦੇ ਦੌਰਾਨ ਹੀ ਪਾਤਾ ਹੈ ਨਾ। ਜਿਹੜਾ ਪਲਾਸੈਂਟਾ ਉਹ ਐਂਡੋਕਰਾਈਨ ਟਿਸ਼ੂ ਆ ਤੇ ਸੈਵਰਲ ਹਾਰਮੋਨਸ ਪ੍ਰੋਡਿਊਸ ਕਰਦਾ। ਕਿਹੜੇ ਕਿਹੜੇ ਹਾਰਮੋਨਸ? ਜਿੱਦਾਂ ਕਿ HCG ਹੋ ਗਿਆ, ਹਿਊਮਨ ਕੋਰੋਨਿਕ ਗੋਨਾਡੋਟ੍ਰੋਫਿਨ, HPL ਹੋ ਗਿਆ, ਹਿਊਮਨ ਪਲਾਸੈਂਟਲ ਲੈਕਟੋਜਨ, ਈਸਟ੍ਰੋਜਨ, ਪ੍ਰੋਜੈਸਟੇਰੋਨ, ਠੀਕ ਹੈ। ਥੀਸ ਆਰ ਦ ਵੇਰੀਅਸ ਹਾਰਮੋਨਸ ਵਿਚ ਆਰ ਪ੍ਰੋਡਿਊਸਡ ਬਾਈ ਦ ਪਲਾਸੈਂਟਾ, ਠੀਕ ਹੈ। ਇਨ ਦ ਲੇਟਰ ਫੇਜ਼ ਆਫ ਪ੍ਰੈਗਨੈਂਸੀ, ਠੀਕ ਆ। ਪ੍ਰੈਗਨੈਂਸੀ ਦੇ ਲੇਟਰ ਫੇਜ਼ ਦੇ ਵਿੱਚ ਜਿਹੜੀ ਓਵਰੀ ਆ, ਯਾਦ ਰੱਖਣਾ, ਓਵਰੀ ਰਿਲੈਕਸੇਟ ਪ੍ਰੋਡਿਊਸ ਕਰਦੀ ਹੈ। ਰਿਲੈਕਸੇਟ ਕਿਉਂ? ਵੀ ਰਿਲੈਕਸ ਕਰਨਾ ਯੂਟਰਸ ਨੂੰ, ਠੀਕ ਹੈ, ਜਿਸ ਕਰਕੇ ਜਿਹੜੀ ਹੈਡ ਯੂ ਕੈਨ ਸੇ ਸਰਵਿਕਸ, ਜਿਸ ਕਰਕੇ ਜੀ ਆ ਡਿਲੀਵਰੀ ਹੋ ਸਕੇ, ਠੀਕ ਆ। ਲੈਟ ਅਸ ਰਿਮੈਂਬਰ ਦੈਟ HCG, HPL ਐਂਡ ਰਿਲੈਕਸਿਨ ਆਰ ਪ੍ਰੋਡਿਊਸ ਇਨ ਵਿਊਮਨ ਓਨਲੀ ਡਿਊਰਿੰਗ ਪ੍ਰੈਗਨੈਂਸੀ, ਠੀਕ ਹੈ। ਇਹ ਜਿਹੜੇ ਹਾਰਮੋਨਸ ਸੀ HCG, ਠੀਕ ਹੈ, ਹਿਊਮਨ ਕੋਰੋਨਿਕ ਗੋਨਾਡੋਟ੍ਰੋਫਿਨ, ਹਿਊਮਨ ਪਲਾਸੈਂਟਲ ਲੈਕਟੋਜਨ, ਰਿਲੈਕਸਿਨ, ਇਹ ਸਿਰਫ ਤੇ ਸਿਰਫ ਪ੍ਰੈਗਨੈਂਸੀ ਦੇ ਦੌਰਾਨ ਹੀ ਪਾਤੇ ਨੇ। In addition, during pregnancy, the level of other hormones like estrogens, progesterones, cortisol, prolactin, thyroxine, etc. are increased several folds in the maternal blood, ਠੀਕ ਆ। ਤੇ ਇਹ ਤਾਂ ਸਿਰਫ ਤੇ ਸਿਰਫ ਪ੍ਰੈਗਨੈਂਸੀ ਵੇਲੇ ਬਾਅਦ ਉਹਨਾਂ ਦੀ ਗੱਲ ਕੀਤੀ। ਉਹਦੇ ਬਾਅਦ ਆਪਾਂ ਗੱਲ ਕਰਦੇ ਹਾਂ ਜਿਹੜੇ ਥਰੂ ਆਊਟ ਦੀ ਲਾਈਫ ਬਣਦੇ ਆ, ਠੀਕ ਆ। ਕੁਝ ਹਾਰਮੋਨ ਜਿਹੜੇ ਬਣਦੇ ਨੇ ਥਰੂ ਆਊਟ ਦੀ ਲਾਈਫ ਆ, ਬਟ ਉਹਨਾਂ ਦਾ ਲੈਵਲ ਪ੍ਰੈਗਨੈਂਸੀ ਵੇਲੇ ਬਹੁਤ ਹੀ ਜ਼ਿਆਦਾ, ਕਈ ਗੁਣਾ ਜ਼ਿਆਦਾ ਵੱਧ ਜਾਂਦਾ। ਕਿਹੜੇ ਕਿਹੜੇ ਹਾਰਮੋਨਸ ਸੀ? ਈਸਟ੍ਰੋਜਨਸ ਹੋ ਗਏ, ਪ੍ਰੋਜੈਸਟੇਰੋਨਸ ਹੋ ਗਏ, ਕੋਰਟੀਸੋਲ ਹੋ ਗਿਆ, ਠੀਕ ਹੈ, ਥਾਇਰੋਕਸਿਨ ਹੋ ਗਿਆ, ਪ੍ਰੋਲੈਕਟਿਨ ਹੋ ਗਿਆ, ਠੀਕ ਹੈ। ਈਸਟ੍ਰੋਜਨ, ਪ੍ਰੋਜੈਸਟੇਰੋਨ ਤਾਂ ਬੇਸਿਕਲੀ ਐਂਡੋਮੈਟਰੀਅਲ ਲਾਈਨਿੰਗ ਨੂੰ ਮੇਨਟੇਨ ਕਰਨ ਦਾ, ਬਿਲਡਅਪ ਕਰਨ ਦਾ ਇਹਨਾਂ ਦਾ ਕੰਮ ਹੁੰਦਾ, ਤਾਂ ਕਰਕੇ ਇਹ ਤਾਂ ਬਣਦੇ ਤੇ ਬਹੁਤ ਜ਼ਰੂਰੀ ਹੈ। ਕੋਰਟੀਸੋਲ ਜਿਹੜਾ ਹੈਗਾ ਉਹ ਕੀ ਆ? ਡਿਵੈਲਪਮੈਂਟ ਦੇ ਵਿੱਚ ਹੈਲਪ ਕਰਦਾ, ਠੀਕ ਹੈ। ਕੋਰਟੀਸੋਲ ਬੇਸਿਕਲੀ ਹੋਰ ਕਹਿ ਸਕਦੇ ਆ ਫੀਟਲ ਡਿਵੈਲਪਮੈਂਟ ਨੂੰ ਸਪੋਰਟ ਕਰਦਾ ਗਾ, ਠੀਕ ਹੈ। ਤੇ ਮਦਰ ਨੂੰ ਹੈਲਪ ਕਰਦਾ ਉਹਨੂੰ ਆਪਣੇ ਅੰਦਰ ਰੱਖਣ ਦੇ ਲਈ, ਠੀਕ ਹੈ, ਉਹ ਰਿਜੈਕਟ ਨਾ ਕਰੇ, ਠੀਕ ਹੈ। ਐਂਡ ਪ੍ਰੋਲੈਕਟਿਨ,
ਦਾ ਲੈਕਟੋਜ਼, ਠੀਕ ਹੈ, ਮਿਲਕ ਪ੍ਰੋਡਕਸ਼ਨ ਦੇ ਵਿੱਚ ਹੈਲਪ ਕਰਦਾ। ਐਂਡ ਜਿਹੜਾ ਥਾਇਰੋਕਸਿਨ ਆ ਉਹ ਕੀ ਕਰਦਾ, ਉਹਦਾ ਬੇਸਲ ਮੈਟਾਬੋਲਿਕ ਰੇਟ ਨੂੰ ਰੈਗੂਲੇਟ ਕਰਦਾ ਗਾ, ਠੀਕ ਹੈ। ਥਾਇਰੋਕਸਿਨ ਦਾ ਕੰਮ ਇਹ ਹੁੰਦਾ ਗਾ, ਅਤੇ ਮਦਰ ਦੇ ਵਿੱਚ ਤਾਂ ਬੇਸਲ ਮੈਟਾਬੋਲਿਕ ਰੇਟ ਨੂੰ ਰੈਗੂਲੇਟ ਕਰਨਾ ਇਜ਼ ਵੈਰੀ ਨੈਸੈਸਰੀ। Increased production of these hormones is essential for supporting the fetal growth, metabolic changes in the mother and maintenance of the pregnancy, ਠੀਕ ਆ। ਹੁਣ ਇਹ ਕਾਹਦੇ ਲਈ ਜ਼ਰੂਰੀ ਆ, ਇਹਨਾਂ ਦੀ ਪ੍ਰੋਡਕਸ਼ਨ ਇਨਕਰੀਜ਼ ਕਰਨੀ ਕਿਉਂ ਜ਼ਰੂਰੀ ਆ? ਫੀਟਲ ਗਰੋਥ ਨੂੰ ਸਪੋਰਟ ਕਰਨ ਦੇ ਲਈ, ਮੈਟਾਬੋਲਿਕ ਚੇਂਜਸ ਮਦਰ ਵਿੱਚ ਮੈਟਾਬੋਲਿਕ ਚੇਂਜਸ ਲਿਆਉਣ ਦੇ ਲਈ, ਅਤੇ ਪ੍ਰੈਗਨੈਂਸੀ ਨੂੰ ਮੇਨਟੇਨ ਕਰਨ ਦੇ ਲਈ। ਦਿਸ ਆਰ ਦ ਰੀਜ਼ਨ ਜੋ ਮੈਂ ਤੁਹਾਨੂੰ ਪਹਿਲਾਂ ਦੱਸਿਆ। Immediately after implantation, the inner cell mass embryo differentiates into an outer layer called ectoderm and an inner layer called endoderm। ਜਦੋਂ implantation ਹੋ ਜਾਂਦੀ ਹੈ ਉਦੋਂ ਹੀ ਜਿਹੜਾ inner cell mass ਹੈ ਉਹ ਕੀ ਹੈ, ਇੱਕ outer layer ਤੇ inner layer ਦੇ ਵਿੱਚ differentiate ਹੋ ਜਾਂਦਾ। outer layer ਨੂੰ ਕਹਿੰਦੇ ਆਪਾਂ ectoderm ਤੇ inner layer ਨੂੰ ਕਹਿੰਦੇ endoderm। ਬਟ ਥੋੜ੍ਹੇ ਸਮੇਂ ਬਾਅਦ ਦੋਨਾਂ ਲੇਅਰਸ ਦੇ ਵਿਚਾਲੇ ਇੱਕ ਨਵੀਂ ਲੇਅਰ ਡਿਵੈਲਪ ਹੋ ਜਾਂਦੀ ਆ ਜਿਹਨੂੰ ਕਿ ਆਪਾਂ mesoderm ਕਹਿੰਦੇ ਹਾਂ, ਠੀਕ ਹੈ। These three layers give rise to all the tissues, organs in adults, ਠੀਕ ਹੈ। adults ਦੇ ਵਿੱਚ ਸਾਰੇ tissues ਜਿਹੜੇ ਆ, ਸਾਰੇ organs ਜਿਹੜੇ ਆ ਉਹ ਇਹਨਾਂ ਤਿੰਨਾਂ ਲੇਅਰ ਤੋਂ ਹੀ ਬਣਦੇ ਆ। It needs to be mentioned here that the inner cell mass contains certain cells called stem cells which have the potency to give rise to all the tissues and organs, ਠੀਕ ਹੈ। ਜਿਹੜਾ inner cell mass ਹੁੰਦਾ ਉਹਦੇ ਕੋਲ ਕੁਝ cells ਹੁੰਦੇ ਆ, certain cells ਹੁੰਦੇ ਆ ਜਿਹਨੂੰ ਆਪਾਂ stem cells ਕਹਿੰਦੇ ਆ। ਅਤੇ ਜਿਹੜੇ ਸਟੈਮ ਸੈਲਸ ਉਹਦੇ ਟੋਟੀਪੋਟੈਂਟ ਹੁੰਦੇ ਆ, ਮਤਲਬ ਜਿਹੜਾ ਇੱਕ ਸਟੈਮ ਸੈੱਲ ਹੈ ਉਹਦੇ ਕੋਲ ਕੈਪੇਬਿਲਿਟੀ ਹੈਗੀ ਆ ਪੂਰਾ ਦੇ ਪੂਰਾ ਔਰਗੈਨਿਜ਼ਮ ਬਣਾਉਣ ਦੇ ਲਈ, ਠੀਕ ਹੈ। ਅਤੇ ਜਿਹੜੇ ਸਟੈਮ ਸੈਲਸ ਨੇ ਉਹ ਕੀ ਹੈ, ਵੇਰੀਅਸ ਟਿਸ਼ੂਜ਼ ਅਤੇ ਔਰਗਨਸ ਨੂੰ ਰਾਈਜ਼ ਮਤਲਬ ਜਨਮ ਦਿੰਦੇ ਆ। ਵਟ ਆਰ ਦ ਮੇਜਰ ਫੀਚਰਸ ਆਫ ਐਮਬ੍ਰਿਓਨਿਕ ਡਿਵੈਲਪਮੈਂਟ ਇਨ ਵੇਰੀਅਸ ਪਾਰਟਸ ਆਫ ਦ ਪ੍ਰੈਗਨੈਂਸੀ, ਠੀਕ ਹੈ। ਹੁਣ ਆਪਾਂ ਪ੍ਰੈਗਨੈਂਸੀ ਦੇ ਵੇਰੀਅਸ ਪਾਰਟਸ ਦੇ ਵਿੱਚ ਦੇਖਦੇ ਹਾਂ ਕਿ ਆਪਾਂ ਨੂੰ ਕੀ ਦੇਖਣ ਨੂੰ ਮਿਲਦਾ ਹੈਗਾ। ਹਿਊਮਨ ਪ੍ਰੈਗਨੈਂਸੀ ਜਿਹੜੀ ਹੈ 9 ਮੰਥਸ ਰਹਿੰਦੀ ਆ, ਡੌਗਸ ਦੇ ਵਿੱਚ ਰਹਿੰਦੀ ਹੈ 60 ਡੇਜ਼, ਐਲੀਫੈਂਟਸ ਦੇ ਵਿੱਚ ਰਹਿੰਦੀ ਹੈ 32 ਮੰਥਸ, ਕੈਟਸ ਦੇ ਵਿੱਚ ਰਹਿੰਦੀ ਹੈ ਕਿ 52 ਡੇਜ਼, ਠੀਕ ਹੈ। ਇਨ ਹਿਊਮਨ ਬੀਂਗਸ ਆਫਟਰ 1 ਮੰਥ ਆਫ ਦ ਪ੍ਰੈਗਨੈਂਸੀ ਦ ਐਮਬ੍ਰਿਓਨਿਕ ਹਾਰਟ ਇਜ਼ ਡਿਵੈਲਪਡ, ਤਾਂ ਕਰਕੇ ਆਪਾਂ 1 ਮੰਥ ਤੋਂ ਬਾਅਦ ਜਿਹੜਾ ਹੈਗਾ ਹਾਰਟ ਬੀਟ ਵੀ ਆਪਾਂ ਨੂੰ ਸੁਣਨ ਨੂੰ ਮਿਲਦੀ ਹੈ, ਠੀਕ ਹੈ। ਦ ਫਸਟ ਸਾਈਨ ਆਫ ਦ ਗਰੋਇੰਗ ਫੀਟਸ may be noticed by listening to the heart sound carefully through the stethoscope, ਠੀਕ ਹੈ। ਆਪਾਂ ਕੇਅਰਫੁਲੀ ਸਟੈਥੋਸਕੋਪ ਦੀ ਹੈਲਪ ਦੇ ਨਾਲ ਫਸਟ ਮੰਥ ਤੋਂ ਬਾਅਦ ਆਪਾਂ ਉਹਦਾ ਹਾਰਟ ਸਾਊਂਡ ਸੁਣ ਸਕਦੇ ਹਾਂ, ਠੀਕ ਹੈ। ਦਿਸ ਕੁਡ ਬੀ ਦ ਫਸਟ ਸਾਈਨ ਆਫ ਦ ਗਰੋਇੰਗ ਫੀਟਸ, ਠੀਕ ਹੈ। ਕੁਐਸਚਨ ਆ ਸਕਦਾ ਹੈ ਕਿ ਫਸਟ ਸਾਈਨ ਗਰੋਇੰਗ ਫੀਟਸ ਦਾ ਕੀ ਹੋਊਗਾ? ਦੈਟ ਇਜ਼ ਟੂ ਲਿਸਨ ਦ ਹਾਰਟ ਸਾਊਂਡ ਕੇਅਰਫੁਲੀ ਥਰੂ ਦ ਸਟੈਥੋਸਕੋਪ, ਠੀਕ ਹੈ। ਐਂਡ ਬਾਈ ਦ ਐਂਡ ਆਫ ਦ ਸੈਕਿੰਡ ਮੰਥ ਦੇ ਐਂਡ ਤੱਕ ਦ ਫੀਟਸ ਦੇ ਜਿਹੜੇ ਲਿੰਬਸ ਡਿਜਿਟਸ ਨੇ ਉਹ ਵੀ ਡਿਵੈਲਪ ਹੋ ਜਾਂਦੇ ਹੈ, ਠੀਕ ਹੈ। फिर by the end of the 12 weeks or the first trimester, or you can say by the end of the 3 months, ਜਿਹੜੇ ਲਿੰਬਸ ਦੇ ਡਿਜਿਟਸ ਸੀ ਉਹ ਫੁੱਲੀ ਡਿਵੈਲਪ ਹੋ ਜਾਂਦੇ ਆ, ਫੁੱਲੀ ਡਿਵੈਲਪ ਹੋ ਜਾਂਦੇ ਆ, ਠੀਕ ਹੈ। ਅਤੇ ਮੋਸਟ ਆਫ ਦਾ ਜਿਹੜੇ ਮੇਜਰ ਡਿਜਿਟ ਸਿਸਟਮਸ, ਜਿਹੜੇ ਮੇਜਰ ਔਰਗਨ ਸਿਸਟਮਸ ਨੇ ਉਹ ਵੀ ਫੁੱਲੀ ਡਿਵੈਲਪ ਹੋ ਜਾਂਦੇ ਆ, ਅਤੇ ਜਿਹੜਾ ਐਕਸਟਰਨਲ ਜੈਨੇਟੀਲੀਆ ਹੁੰਦਾ ਹੈਗਾ, ਠੀਕ ਹੈ, ਉਹ ਵੀ ਵੈਲ ਡਿਵੈਲਪ ਹੋ ਜਾਂਦਾ ਹੈਗਾ, ਠੀਕ ਹੈ। ਨੈਕਸਟ ਇਜ਼ ਫਸਟ ਮੂਵਮੈਂਟਸ ਜਿਹੜੀਆਂ ਨੇ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਨੇ ਫਿਫਥ ਮੰਥ ਦੇ ਵਿੱਚ ਆਪਾਂ ਨੂੰ ਫਸਟ ਮੂਵਮੈਂਟਸ ਦੇਖਣ ਨੂੰ ਮਿਲਦੀਆਂ ਨੇ। ਅਤੇ ਹੇਅਰ ਵੀ ਡਿਵੈਲਪ ਹੋ ਜਾਂਦੇ ਨੇ ਐਟ ਦ ਹੈਡ ਆਫ ਦ ਬੇਬੀ, ਔਨ ਦ ਹੈਡ ਆਫ ਦ ਬੇਬੀ ਸੋਰੀ। ਅਤੇ ਬਾਈ ਦ ਐਂਡ ਆਫ ਦ ਸੈਕਿੰਡ ਟ੍ਰਾਈਮੈਸਟਰ ਯੂ ਕੈਨ ਸੀ ਦ 6 ਮੰਥਸ, ਠੀਕ ਹੈ। ਬਾਈ ਦ ਐਂਡ ਆਫ ਦ 6 ਮੰਥਸ ਉਹਦੇ ਜਿਹੜੇ ਆਈਲੈਟਸ ਨੇ ਉਹ ਸੈਪਰੇਟ ਹੋ ਜਾਂਦੇ ਨੇ, ਆਈਲੈਸ਼ਿਸ ਡਿਵੈਲਪ ਹੋ ਜਾਂਦੇ ਨੇ, ਬੋਡੀ ਕੀ ਆ ਫਾਈਨਲੀ ਕਵਰ ਹੋ ਜਾਂਦੀ ਹੈ ਬਾਈ ਦ ਹੇਅਰਸ, ਠੀਕ ਹੈ। ਅਤੇ ਉਦੋਂ ਬਾਅਦ 9 ਮੰਥਸ ਤੋਂ ਬਾਅਦ ਫੁੱਲੀ ਡਿਵੈਲਪ ਜਿਹੜਾ ਬੇਬੀ ਆ ਉਹ ਰੈਡੀ ਹੋ ਜਾਂਦਾ ਡਿਲੀਵਰੀ ਦੇ ਲਈ। ਸੋ ਰਿਵਾਈਜ਼ ਵਿਦ ਮੀ, ਆਫਟਰ 1 month heart sound can be heard. After 2 months the limbs and digits are developed, and by the end of the first trimester or 12 weeks or 3 months most of the organ systems are well developed, and like limbs and external cellular organs ਵੀ ਉਹ ਜਿਹੜੇ ਆ well developed ਹੋ ਜਾਂਦੇ ਆ, ਠੀਕ ਹੈ। ਮੋਸਟ ਆਫ ਦ ਔਰਗਨ ਸਿਸਟਮ ਜਿਹੜੇ ਆ ਫਾਰਮ ਹੋ ਜਾਂਦੇ ਆ, ਠੀਕ ਹੈ, ਵੈਲ ਡਿਵੈਲਪਡ ਨਹੀਂ ਹੁੰਦੇ। ਬਾਈ ਦ 12 weeks ਮੋਸਟ ਆਫ ਦ ਔਰਗਨਸ ਮੇਜਰ ਔਰਗਨ ਸਿਸਟਮ ਜਿਹੜੇ ਆ, ਮੇਜਰ ਔਰਗਨ ਸਿਸਟਮਸ ਉਹ ਫਾਰਮ ਹੋ ਜਾਂਦੇ ਆ, ਅਤੇ ਲਿੰਬਸ ਅਤੇ ਐਕਸਟਰਨਲ ਜੈਨੇਟਲ ਔਰਗਨਸ ਜਿਹੜੇ ਆ ਵੈਲ ਡਿਵੈਲਪ ਹੋ ਜਾਂਦੇ ਆ। ਫਿਰ 5th ਮੰਥ ਦੇ ਵਿੱਚ, ਠੀਕ ਹੈ, ਆਪਾਂ ਨੂੰ ਫਸਟ ਮੂਵਮੈਂਟਸ ਲਾਈਕ ਕਿਕਸ ਐਂਡ ਆਲ ਜਿਹੜੇ ਆਪਾਂ ਨੂੰ ਦੇਖਣ ਨੂੰ ਮਿਲ ਸਕਦੇ ਆ, ਆਪਾਂ ਫੀਲ ਕਰ ਸਕਦੇ ਆ। ਐਂਡ ਉਹਦੇ ਬੇਬੀ ਦੇ ਹੈਡ ਦੇ ਉੱਪਰ ਹੇਅਰ ਵੀ ਬਣ ਜਾਂਦੇ ਆ। ਐਂਡ ਬਾਈ ਦ ਐਂਡ ਆਫ ਦ ਸੈਕਿੰਡ ਟ੍ਰਾਈਮੈਸਟਰ ਔਰ ਕੈਨ ਸੇ 12 weeks ਔਰ ਕੈਨ ਸੇ 6 months, ਠੀਕ ਹੈ, ਆਈਲੈਟਸ ਸੈਪਰੇਟ ਹੋ ਜਾਂਦੇ ਆ, ਆਈਲੈਸ਼ਿਸ ਫਾਰਮ ਹੋ ਜਾਂਦੇ ਆ,
ਤੇ ਜਿਹੜਾ ਬੋਡੀ ਆ ਉਹ ਕੀ ਆ ਫਾਈਨ ਹੇਅਰ ਦੇ ਨਾਲ ਕਵਰ ਹੋ ਜਾਂਦੀ ਆ ਤੇ 9 ਮੰਥਸ ਦੇ ਐਂਡ ਤੇ ਜਿਹੜਾ ਬੇਬੀ ਆ ਉਹ ਇਟ ਇਜ਼ ਫੁੱਲੀ ਡਿਵੈਲਪਡ ਓਕੇ। Next is parturition and lactation. The average duration of human pregnancy is about 9 months. 9 months होती है तो इसको आप gestation period कहते हैं। Vigorous contraction of the uterus at the end of the pregnancy causes expulsion or delivery of the baby। ठीक है ਜਦੋਂ pregnancy end ਹੁੰਦੀ ਹੈ ਤਾਂ ਉਦੋਂ ਕੀ ਆ uterus vigorously ਬਹੁਤ ਜ਼ੋਰਾਂ ਨਾਲ contract ਕਰਦਾ ਜਿਹਦੇ ਕਰਕੇ ਜਿਹੜਾ ਬੇਬੀ ਆ ਉਹ ਬਾਹਰ ਐਕਸਪੈਲ ਹੋ ਜਾਂਦਾ ਹੈਗਾ ਠੀਕ ਹੈ। The process of delivery of the fetus child birth is called as parturition ठीक है। parturition क्या कह रहे हैं the process by which the baby is expelled by the baby is delivered ठीक है और वो parturition कह रहे हैं। parturition is induced by a complex neuroendocrine mechanism। parturition ਨੂੰ ਕੌਣ induce ਕਰਦਾ ਇੱਕ complex neuroendocrine mechanism ਦੇ ਦੁਆਰਾ parturition ਨੂੰ induce ਕੀਤਾ ਜਾਂਦਾ। ਫਸਟ ਸਿਗਨਲ ਕਿੱਥੋਂ ਜਾਂਦਾ ਕਿ ਵੀ ਮੈਂ ਬਾਹਰ ਹੋਣਾ ਠੀਕ ਹੈ। ਫਸਟ ਸਿਗਨਲ ਫੀਟਸ ਦੇ ਦੁਆਰਾ ਫੁੱਲੀ ਡਿਵੈਲਪਡ ਫੀਟਸ ਦੇ ਦੁਆਰਾ ਤੇ ਪਲਾਸੈਂਟਾ ਦੇ ਦੁਆਰਾ ਜਾਂਦਾ ਹੈਗਾ ਤੇ ਉਹਦੇ ਨਾਲ ਕੀ ਹੈ ਬਾਇਲ ਕੰਟਰੈਕਸ਼ਨਸ ਹੁੰਦੀਆਂ ਨੇ ਠੀਕ ਹੈ। The signals for the parturitions originate from the fully developed fetus। parturition ਦੇ signals fully developed fetus ਤੋਂ ਤੇ ਪਲਾਸੈਂਟਾ ਤੋਂ ਓਰੀਜੀਨੇਟ ਹੁੰਦੇ ਆ ਜਿਹੜੇ ਕਿ ਬਾਇਲ ਯੂਟੇਰਾਈਨ ਕੰਟਰੈਕਸ਼ਨਸ ਨੂੰ ਇੰਡਿਊਸ ਕਰਦੇ ਆ ਤੇ ਇਹਨੂੰ ਆਪਾਂ ਕੀ ਕਹਿੰਦੇ ਆ ਫੀਟਲ ਇਜੈਕਸ਼ਨ ਰਿਫਲੈਕਸ ਕਹਿੰਦੇ ਆ ਠੀਕ ਹੈ। ਬਾਇਲ ਯੂਟੇਰਾਈਨ ਕੰਟਰੈਕਸ਼ਨਸ ਇਹਨੂੰ ਆਪਾਂ ਫੀਟਲ ਇਜੈਕਸ਼ਨ ਰਿਫਲੈਕਸ ਕਹਿੰਦੇ ਆ ਜਿਹੜਾ ਕਿ ਫੁੱਲੀ ਡਿਵੈਲਪਡ ਫੀਟਸ ਤੋਂ ਤੇ ਪਲਾਸੈਂਟਾ ਤੋਂ ਓਰੀਜੀਨੇਟ ਹੁੰਦਾ ਹੈਗਾ। This triggers release of oxytocin from the ਮੈਟਰਨਲ ਪਿਟਿਊਟਰੀ ਤੇ ਬਾਇਲ ਕੰਟਰੈਕਸ਼ਨਸ ਹੁੰਦੀਆਂ ਨੇ ਤੇ ਫਿਰ ਬਾਇਲ ਯੂਟੇਰਾਈਨ ਕੰਟਰੈਕਸ਼ਨਸ ਜਿਹੜੀਆਂ ਨੇ ਪਿਟਿਊਟਰੀ ਨੂੰ ਟ੍ਰਿਗਰ ਕਰਦੀਆਂ ਨੇ ਤੇ ਉਹਨੂੰ ਕਹਿੰਦੀਆਂ ਨੇ ਕਿ ਤੂੰ ਕੀ ਕਰ ਆਕਸੀਟੋਸਿਨ ਰਿਲੀਜ਼ ਕਰ ਠੀਕ ਹੈ। ਫਿਰ ਆਕਸੀਟੋਸਿਨ ਜਿਹੜਾ ਯੂਟੇਰਾਈਨ ਮਸਲਸ ਦੇ ਉੱਪਰ ਬਾਇਓਮੈਟਰੀਅਮ ਦੇ ਕੋਲ ਸਮੂਥ ਮਸਲ ਹੁੰਦਾ ਉਹਦੇ ਉੱਪਰ ਉਹ ਐਕਟ ਕਰਦਾ ਤੇ ਉਹਦੇ ਕਰਕੇ ਸਟਰੋਂਗ ਹੌਲੀ ਹੌਲੀ ਫਿਰ ਸਟਰੋਂਗ ਯੂਟੇਰਾਈਨ ਕੰਟਰੈਕਸ਼ਨਸ ਹੁੰਦੀਆਂ ਨੇ ਠੀਕ ਹੈ। ਤੇ ਉਹ ਤੋਂ ਬਾਅਦ ਮਤਲਬ ਜਿੰਨੀ ਜ਼ਿਆਦਾ ਸਟਰੋਂਗ ਯੂਟੇਰਾਈਨ ਕੰਟਰੈਕਸ਼ਨ ਹੋਊਗੀ ਉਨਾ ਜ਼ਿਆਦਾ ਟ੍ਰਿਗਰ ਹੋ ਗਿਆ ਪਿਟਿਊਟਰੀ ਨੂੰ ਉਨਾ ਜ਼ਿਆਦਾ ਹੋਰ ਆਕਸੀਟੋਸਿਨ ਰਿਲੀਜ਼ ਕਰੂਗੀ ਜਿੰਨਾ ਜ਼ਿਆਦਾ ਆਕਸੀਟੋਸਿਨ ਰਿਲੀਜ਼ ਹੋਊਗਾ ਉਨਾ ਜ਼ਿਆਦਾ ਫਿਰ ਦੁਆਰ ਤੋਂ ਹੋਰ ਸਟਰੋਂਗਰ ਕੰਟਰੈਕਸ਼ਨ ਹੋਊਗੀ ਹੋਰ ਆਕਸੀਟੋਸਿਨ ਮਤਲਬ ਇਹ ਚੱਲਦਾ ਰਹੂਗਾ ਜਿੰਨੀ ਸਟਰੋਂਗਰ ਕੰਟਰੈਕਸ਼ਨ ਉਨਾ ਵੱਧ ਆਕਸੀਟੋਸਿਨ ਜਿੰਨਾ ਵੱਧ ਆਕਸੀਟੋਸਿਨ ਉਨੀ ਸਟਰੋਂਗਰ ਰਿਫਲੈਕਸ਼ਨ ਕੰਟਰੈਕਸ਼ਨ ਹੋਊਗੀ ਠੀਕ ਹੈ। ਠੀਕ ਹੈ ਫਿਰ ਕੰਟਰੈਕਸ਼ਨ ਹੋਈ ਫਿਰ ਉਹਨੇ ਕੀ ਆ ਆਕਸੀਟੋਸਿਨ ਰਿਲੀਜ਼ ਕਰਾਇਆ ਆਕਸੀਟੋਸਿਨ ਰਿਲੀਜ਼ ਕਰਾ ਕੇ ਫਿਰ ਆਕਸੀਟੋਸਿਨ ਨੇ ਕੰਟਰੈਕਸ਼ਨ ਕਰਾਈ ਫਿਰ ਉਹਨੇ ਕੰਟਰੈਕਸ਼ਨ ਨੇ ਫਿਰ ਟ੍ਰਿਗਰ ਕੀਤਾ ਪਿਟਿਊਟਰੀ ਨੇ ਤੇ ਆਕਸੀਟੋਸਿਨ ਰਿਲੀਜ਼ ਕਰਾਇਆ। The stimulatory reflex between the uterine contraction and the oxytocin secretion continues ਤੇ ਇਹ ਕੀ ਆ ਚੱਲਦਾ ਹੀ ਰਹਿੰਦਾ ਠੀਕ ਹੈ ਜਦੋਂ ਤੱਕ ਕਿ ਜਿਹੜਾ ਬੇਬੀ ਆ ਉਹ ਬਾਹਰ ਨਹੀਂ ਆ ਜਾਂਦਾ ਠੀਕ ਹੈ। ਫਿਰ ਸਟਿਮੂਲੇਟਰੀ ਰਿਫਲੈਕਸ ਚੱਲਦਾ ਰਹਿੰਦਾ ਯੂਟੇਰਾਈਨ ਕੰਟਰੈਕਸ਼ਨ ਹੁੰਦੀ ਰਹਿੰਦੀ ਹੈ ਫਿਰ ਆਕਸੀਟੋਸਿਨ ਰਿਲੀਜ਼ ਹੁੰਦਾ ਯੂਟੇਰਾਈਨ ਕੰਟਰੈਕਸ਼ਨ ਕਰਕੇ ਜਿਹਦੇ ਕਰਕੇ ਜਿਹੜੀ ਕੰਟਰੈਕਸ਼ਨ ਹੈ ਸਟਰੋਂਗਰ ਤੇ ਸਟਰੋਂਗਰ ਹੋਰ ਵਾਲੀ ਦੀ ਇੰਟੈਂਸਿਟੀ ਤੇ ਫ੍ਰੀਕੁਐਂਸੀ ਵੱਧਦੀ ਜਾਂਦੀ ਹੈ। ਦਿਸ ਲੀਡਸ ਟੂ ਐਕਸਪਲਸ਼ਨ ਆਫ ਦ ਬੇਬੀ ਤੇ ਨਾਲ ਬੇਬੀ ਜਿਹੜਾ ਹੈ ਬਾਹਰ ਨੂੰ ਧੱਕਾ ਵੱਜਦਾ ਬੇਬੀ ਨੂੰ ਯੂਟੇਰਸ ਤੋਂ ਠੀਕ ਹੈ ਤੇ ਹੁਣ ਨਵੀਂ ਦੁਨੀਆ ਨੂੰ ਦੇਖਦਾ ਗਾ ਬਰਥ ਕਨਾਲ ਦੇ ਥਰੂ ਬਾਹਰ ਆ ਜਾਂਦਾ ਤੇ ਇਸ ਨੂੰ ਆਪਾਂ ਪਾਰਚੂਰੇਸ਼ਨ ਕਹਿੰਦੇ ਹਾਂ। Soon after the infant is delivered ਜਦੋਂ infant deliver ਹੋ ਜਾਂਦਾ ਥੋੜੇ ਸਮੇਂ ਬਾਅਦ ਹੀ ਕੀ ਆ ਪਲਾਸੈਂਟਾ ਵੀ ਐਕਸਪੈਲ ਹੋ ਜਾਂਦਾ ਆਊਟ ਆਫ ਦ ਯੂਟੇਰਸ ਠੀਕ ਹੈ। ਹੁਣ ਤੁਹਾਨੂੰ ਕੀ ਲੱਗਦਾ ਕਿ ਡਿਲੀਵਰੀ ਕਰਾਉਣ ਦੇ ਲਈ ਜਿਹੜੇ ਡਾਕਟਰਸ ਨੇ ਇੰਜੈਕਟ ਕੀ ਕਰਦੇ ਨੇ ਓਬਵੀਅਸਲੀ ਠੀਕ ਹੈ ਆਰਟੀਫਿਸ਼ੀਅਲ ਆਕਸੀਟੋਸਿਨ ਉਹੀ ਇੰਜੈਕਟ ਕਰਦੇ ਆ ਠੀਕ ਹੈ ਤੇ ਆਰਟੀਫਿਸ਼ੀਅਲ ਆਕਸੀਟੋਸਿਨ ਨੂੰ ਪੀਟੋਸਿਨ ਕਿਹਾ ਜਾਂਦਾ ਹੈਗਾ। The mammary gland of the female undergoes differentiation during pregnancy ਠੀਕ ਹੈ। ਪ੍ਰੈਗਨੈਂਸੀ ਦੇ ਦੌਰਾਨ ਹੀ ਜਿਹੜੀ ਮੈਮਰੀ ਗਲੈਂਡ ਹੁੰਦੀ ਆ ਉਹ ਡਿਫਰੈਂਸ਼ੀਏਟ ਕਰਦੀ ਆ ਠੀਕ ਹੈ ਤੇ ਉਹ ਬਾਏ ਦ ਐਂਡ ਆਫ ਦ ਪ੍ਰੈਗਨੈਂਸੀ ਹੋ ਕੇ ਮਿਲਕ ਪ੍ਰੋਡਿਊਸ ਕਰਨਾ ਵੀ ਸ਼ੁਰੂ ਕਰ ਦਿੰਦੀ ਆ ਠੀਕ ਹੈ ਤੇ ਇਸ ਪ੍ਰੋਸੈਸ ਨੂੰ ਆਪਾਂ ਕਹਿੰਦੇ ਹਾਂ ਲੈਕਟੇਸ਼ਨ ਕਹਿੰਦੇ ਆ। ਦਿਸ ਹੈਲਪਸ ਇਨ ਦ ਮਦਰ ਇਨ ਫੀਡਿੰਗ ਦ ਨਿਊ ਬੋਰਨ ਠੀਕ ਹੈ ਇਹਦੇ ਨਾਲ ਕੀ ਆ ਉਹ ਮਦਰ ਨੂੰ ਹੈਲਪ ਕਰਦਾ ਕਿ ਉਹ ਬੇਬੀ ਨੂੰ ਦੁੱਧ ਪਿਲਾ ਸਕੇ ਠੀਕ ਹੈ। ਮੈਮਰੀ ਗਲੈਂਡਸ ਜਿਹੜੀਆਂ ਨੇ ਡਿਫਰੈਂਸ਼ੀਏਟ ਹੁੰਦੀਆਂ ਨੇ ਕਿਉਂਕਿ ਪਹਿਲਾਂ ਤਾਂ ਉਹ ਦੁੱਧ ਨਹੀਂ ਪ੍ਰੋਡਿਊਸ ਕਰਦੀਆਂ ਹੁੰਦੀਆਂ ਓਬਵੀਅਸਲੀ ਜਦੋਂ ਪ੍ਰੈਗਨੈਂਸੀ ਹੁੰਦੀ ਹੈ ਉਦੋਂ ਹੀ ਉਹ ਦੁੱਧ ਪ੍ਰੋਡਿਊਸ ਕਰਦੀਆਂ ਨੇ ਠੀਕ ਹੈ। ਸ਼ੁਰੂ ਤੋਂ ਹੀ ਜਦੋਂ ਪਿਬਰਟੀ ਦੇ ਬਣਦੀਆਂ ਨੇ ਮੈਮਰੀ ਗਲੈਂਡਸ ਇੱਦਾਂ ਦੀ ਕਿ ਉਦੋਂ ਹੀ ਉਹ ਮਿਲਕ ਪ੍ਰੋਡਿਊਸ ਕਰਨ ਨੋ ਦੈਟਸ ਨਾਟ ਰਾਈਟ ਠੀਕ ਆ। ਫਿਰ ਡਿਫਰੈਂਸ਼ੀਏਟ ਕਰਦੀਆਂ ਨੇ ਮਿਲਕ ਪ੍ਰੋਡਿਊਸ ਕਰਨਾ ਸ਼ੁਰੂ ਕਰ ਦਿੰਦੇ ਨੇ ਬਾਅਦ ਐਂਡ ਆਫ ਪ੍ਰੈਗਨੈਂਸੀ ਤੇ ਇਸ ਪ੍ਰੋਸੈਸ ਨੂੰ ਆਪਾਂ ਲੈਕਟੇਸ਼ਨ ਕਹਿੰਦੇ ਆ ਜਿਹੜਾ ਕਿ ਮਦਰ ਨੂੰ ਹੈਲਪ ਕਰਦਾ ਟੂ ਫੀਡ ਦ ਨਿਊਬੋਰਨ ਠੀਕ ਆ। ਜਿਹੜਾ ਮਿਲਕ ਪ੍ਰੋਡਿਊਸ ਹੁੰਦਾ ਡਿਊਰਿੰਗ ਦ ਇਨੀਸ਼ੀਅਲ ਫਿਊ ਡੇਜ਼ ਠੀਕ ਹੈ ਉਹਨੂੰ ਆਪਾਂ ਕੋਲੋਸਟ੍ਰਮ ਕਹਿੰਦੇ ਹਾਂ ਯੈਲੋਇਸ਼ ਕਲਰ ਦਾ ਹੁੰਦਾ ਇਹ ਤੇ ਇਹਦੇ ਕੋਲ ਸੈਵਰਲ ਐਂਟੀਬੋਡੀਜ਼ ਹੁੰਦੀਆਂ ਨੇ ਕਿਹੜੀਆਂ ਐਂਟੀਬੋਡੀਜ਼ ਹੁੰਦੀਆਂ ਨੇ IgA ਐਂਟੀਬੋਡੀਜ਼ ਹੁੰਦੀਆਂ ਨੇ IgA ਤੇ ਇਹ ਕੀ ਆ ਬਹੁਤ ਜ਼ਿਆਦਾ ਐਸੈਂਸ਼ੀਅਲ ਆ ਠੀਕ ਆ ਬੇਬੀ ਨੂੰ ਰੈਜ਼ਿਸਟੈਂਸ ਪ੍ਰੋਵਾਈਡ ਕਰਨ ਦੇ ਲਈ ਕਿਉਂਕਿ ਹੁਣ ਬੇਬੀ ਨਵਾਂ ਆਇਆ ਨਵੇਂ ਐਨਵਾਇਰਨਮੈਂਟ ਦੇ ਵਿੱਚ ਬਾਹਰ ਦੀਆਂ ਚੀਜ਼ਾਂ ਨੂੰ ਐਕਸਪੋਜ਼ ਹੋਇਆ ਹੈਗਾ ਤੇ ਬਾਹਰ ਦੀ ਚੀਜ਼ਾਂ ਤੋਂ ਅਟੈਕ ਵੀ ਤਾਂ ਕਰ ਸਕਦੀਆਂ ਨੇ ਤਾਂ ਉਹਨਾਂ ਨੂੰ ਉਹਨਾਂ ਦੇ ਅਟੈਕ ਤੋਂ ਬਚਾਉਣਾ ਵੀ ਤਾਂ ਜ਼ਰੂਰੀ ਆ ਇਸ ਕਰਕੇ ਐਂਟੀਬੋਡੀਜ਼ ਮਦਰ ਦੇ ਮਿਲਕ ਚੋਂ ਹੀ ਮਿਲਦੀਆਂ ਨੇ ਠੀਕ ਆ।
जब तक कि ਆਪਦੀ ਖੁਦ ਦੀ ਐਂਟੀਬॉडीज प्रोड्यूस करना शुरू ना कर दे। Breastfeeding during the initial period of infant growth is recommended by doctors for bringing up a healthy baby। ठीक है। ਇਨਫੈਂਟ ਗਰੋਥ ਦੇ ਇਨੀਸ਼ੀਅਲ ਪੀਰੀਅਡ ਦੇ ਵਿੱਚ ਲਗਭਗ 5-6 ਮਹੀਨੇ ਜਿਹੜਾ ਬ੍ਰੈਸਟ ਫੀਡਿੰਗ ਡਾਕਟਰਸ ਜਿਹੜੇ ਆ ਰეკਮੈਂਡ ਕਰਦੇ ਆ ਹੈਲਦੀ ਬੇਬੀ ਨੂੰ ਬ੍ਰੇਕਅਪ ਕਰਨ ਦੇ ਲਈ। ਠੀਕ ਆ, ਇਹਦਾ ਬੇਬੀ ਹੈਲਦੀ ਹੁੰਦਾ ਗਾ। ਓਬਵੀਅਸਲੀ ਮਦਰ ਦੇ ਵਿੱਚ ਬਹੁਤ ਕੁਛ ਦਿੱਤਾ। ਠੀਕ ਹੈ, ਐਂਡ ਇਹ ਆਪਣੀ ਸਮਰੀ ਆ। ਅਤੇ ਇਹਦੇ ਵਿੱਚ ਬਸ ਇੱਕੋ ਹੀ ਚੀਜ਼ ਇੱਥੇ ਵੱਧ ਲਿਖੀ ਹੋਈ ਸੀ, ਦੈਟ ਇਜ਼ ਜਿਹੜਾ ਨਿਊਰੋਐਂਡੋਕਰਾਈਨ ਮੈਕੈਨਿਜ਼ਮ ਜਿਹੜਾ ਪਾਰਚੂਰੇਸ਼ਨ ਕਰਾਉਂਦਾ, ਉਹਦੇ ਵਿੱਚ ਕੋਰਟੀਜ਼ੋਲ, ਈਸਟ੍ਰੋਜਨ ਤੇ ਆਕਸੀਟੋਸਿਨ ਦਾ ਕੰਮ ਹੁੰਦਾ। ਪਹਿਲਾਂ ਉੱਥੇ ਆਕਸੀਟੋਸਿਨ ਲਿਖਿਆ ਹੈ, ਠੀਕ ਹੈ, ਇੱਥੇ ਪਾਰਚੂਰੇਸ਼ਨ ਤੇ ਲੈਕਟੇਸ਼ਨ ਦੇ ਵਿੱਚ ਸਿਰਫ ਆਕਸੀਟੋਸਿਨ ਲਿਖਿਆ ਹੈ, बट ਇੱਥੇ लिखा है ਕੋਰਟੀਜ਼ੋਲ, ਈਸਟ੍ਰੋਜਨ ਤੇ ਆਕਸੀਟੋसिन। सो दिस वॉज द चैप्टर। आई होप कि आपको बढ़िया लगा हो, कि ਤੁਹਾਨੂੰ ਵਧੀਆ ਲੱਗਿਆ ਹੋਵੇ, ਪਸੰਦ ਆਇਆ ਹੋਵੇ। ਸੌਰੀ ਜਿਹੜਾ ਮੇਰਾ ਇੱਥੇ ਵੀ ਲਿਖਿਆ ਆ ਰਿਹਾ 11th ਪੀਰੀਅਡ ਨਹੀਂ ਡਿਸਪਲੇ ਹੋ ਰਿਹਾ, ਡੋਂਟ ਨੋ ਵਾਈ। ਫਾਈਲ ਦੇ ਵਿੱਚ ਗੜਬੜਾ, ਡਿਵਾਈਸ ਦੇ ਵਿੱਚ ਗੜਬੜਾ, ਡਾਟਾ ਦੇ ਵਿੱਚ ਗੜਬੜਾ, ਆਈ ਡੋਂਟ ਨੋ ਵਾਈ। ਠੀਕ ਹੈ, ਉਹੀ ਚੈਪਟਰ ਸੀਗਾ ਇਹ ਤਾਂ, ਇਹਦੀ ਕੁਇਕ ਰਿਵੀਜ਼ਨ ਸੀ। ਠੀਕ ਹੈ, ਸਿਰਫ 3 ਪਾਰਟਸ ਦੇ ਵਿੱਚ ਕਰਾਈ ਆ। ਇਹਦੀ ਆਪਾਂ 1 ਬਾਈ 1 ਵੀ ਸਾਰਾ ਕੀਤਾ, ਉਹ ਵੀ ਤੁਸੀਂ ਦੇਖ ਸਕਦੇ ਹੋ। ਅਗਰ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਐਂਡ ਥੈਂਕਸ ਫॉर वाचिंग।